ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਊਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝੀਆ। ਰਾਖ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਸੋ ਕਹੋ ਟਲ ਗੁਰ ਸੇਵੀਐ, ਐਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਮਨ ਮੁਖ ਕਰਮ ਕਮਾਵਣੇ, ਹਉ ਮੈਂ ਅੰਧ ਗੁਬਾਰ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਮਨ ਮੁਖ ਕਰਮ ਕਮਾਵਣੇ, ਹਉ ਮੈਂ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੈ। ਮਨ ਮੁਖ ਭਰਮੈ ਸਹਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗਹਿ ਸਵਹਿ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ ਪੌੜੀ। ਸੇ ਹਰ ਨਾਮ ਧਿਆਵਹਿ, ਜੋ ਹਰ ਰਤਿਆ। ਹਰ ਇੱਕ ਧਿਆਵਹਿ ਇੱਕ, ਇੱਕੋ ਹਰ ਸਤਿਆ। ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਜੋ ਹਰ ਨਾਮ ਧਿਆਵਹਿ,
ਤਿਨ ਡਰ ਸਟ ਘੱਤਿਆ, ਗੁਰਮਤੀ ਦੇਵੈ ਆਪ। ਗੁਰਮੁਖ ਹਰ ਜਪਿਆ, ਜੋ ਹਰ ਨਾਮ ਧਿਆਵਹਿ। ਤਿਨ ਡਰ ਸਟ ਘੱਤਿਆ, ਗੁਰਮਤੀ ਦੇਵੈ ਆਪ। ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀ। ਮੂਕ ਉਚ ਰਹੇ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰਾਉ ਸੁਣੈ, ਜਾਉ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰਾਉ ਸੁਣੈ, ਜਾਉ ਕਾਲ ਕਿਰਪਾ ਕਰਾਏ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਹੇ ਕਾਲ ਮੂਲ ਕ੍ਰੋਧੰ, ਕਦੰਚ ਕਰੁਣਾ ਨਾ ਉਪਰਜਤੇ। ਬਿਖਯੰਤ ਜੀਵੰ ਵਸਯੰ ਕਰੋਤ, ਨਿਰਤਯੰ ਕਰੋਤ ਜਥਾ ਮਰਕਟ ਹੈ। ਹੇ ਕਾਲ ਮੂਲ ਕ੍ਰੋਧੰ, ਕਦੰਚ ਕਰੁਣਾ ਨਾ ਉਪਰਜਤੇ। ਬਿਖਯੰਤ ਜੀਵੰ ਵਸਯੰ ਕਰੋਤ, ਨਿਰਤਯੰ ਕਰੋਤ ਜਥਾ ਮਰਕਟ ਹੈ। ਅਨਿਕ ਸਾਸਨ ਤਾੜੰਤ ਜਮਦੂਤੈ ਹੈ। ਤਵ ਸੰਗੇ ਆਤਮੰ ਨਰਹ, ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ। ਸਰਬ ਜੀ ਰਖਿਆ ਕਰੋਤ, ਅਨਿਕ ਸਾਸਨ ਤਾੜੰਤ ਜਮਦੂਤੈ ਹੈ। ਤਵ ਸੰਗੇ ਆਤਮੰ ਨਰਹ, ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ। ਸਰਬ ਜੀ ਰਖਿਆ ਕਰੋਤ। ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਸ਼ਬਦ ਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਪਾਤਸ਼ਾਹ ਜੀਆਂ ਦੇ ਪਾਵਨ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਪਾਤਸ਼ਾਹ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਸ ਟਾਈਮ ਅਸੀਂ ਗੁਰੂ ਸਾਹਿਬਾਨਾਂ ਦਾ ਜੀਵਨ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਹਜ਼ੂਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਤੱਕ ਅੱਗੋਂ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਭੰਡਾਰ, ਗੁਰਬਾਣੀ ਦਾ ਖਜ਼ਾਨਾ ਸਾਨੂੰ ਦਿੱਤਾ ਹੈ ਕਿ ਇਨਸਾਨ ਗੁਰਮਤਿ ਦੇ ਆਸ਼ੇ ਦੇ ਅਨੁਸਾਰ ਤੂੰ ਆਪਣੇ ਜੀਵਨ ਨੂੰ ਬਤੀਤ ਕਰ। ਤੈਨੂੰ ਪਤਾ ਹੋਣਾ ਚਾਹੀਦਾ ਏ ਕਿ ਗੁਰਮਤਿ ਦੇ ਅਨੁਕੂਲ ਕਿਹੜੀ ਗੱਲ ਸਹੀ ਹੈ ਤੇ ਕਿਹੜੀ ਗਲਤ ਹੈ। ਜਿਵੇਂ ਸੰਸਾਰ ਦੇ ਉੱਤੇ ਅਨੇਕਾਂ ਹੀ ਤਿਉਹਾਰ ਨੇ, ਹਰ ਤਿਉਹਾਰ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ। ਅੱਜ ਜਿਵੇਂ ਰੱਖੜੀ ਦਾ ਤਿਉਹਾਰ ਹੈ, ਮੈਂ ਰਾਤ ਵੀ ਇਹੀ ਬੇਨਤੀ ਕੀਤੀ ਸੀ, ਭਾਈ ਜਿਨ੍ਹਾਂ ਦਾ ਇਹ ਤਿਉਹਾਰ ਹੈ ਉਹਨਾਂ ਨੂੰ ਮੁਬਾਰਕ, ਪਰ ਅਸਲ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਤਿਉਹਾਰ ਮਨਾਇਆ ਕਿਵੇਂ ਜਾਂਦਾ ਸੀ। ਅੱਜ ਇਹ ਤਿਉਹਾਰ ਸਿਰਫ ਰਹਿ ਗਿਆ ਇੱਕ ਧਾਗੇ ਦੇ ਉੱਤੇ ਸੀਮਤ। ਅਸਲ ਦੇ ਵਿੱਚ ਰਾਜਪੂਤਾਣੇ ਘਰਾਣੇ ਤੋਂ ਇਹ ਸ਼ੁਰੂ ਹੋਇਆ ਸੀ ਤਿਉਹਾਰ। ਰਾਜਪੂਤ ਸੀ ਨਾ ਜਿਹੜੇ ਜੰਗ ਯੁੱਧ ਕਰਦੇ ਸੀ, ਉਹਨਾਂ ਦੇ ਘਰਾਣਿਆਂ ਤੋਂ ਇਹ ਤਿਉਹਾਰ ਸ਼ੁਰੂ ਹੋਇਆ ਸੀ। ਉਦੋਂ ਇਹ ਤਿਉਹਾਰ ਨਹੀਂ ਸੀ। ਇਹ ਬਾਅਦ ਦੇ ਵਿੱਚ ਭਾਰਤੀ ਸੰਸਕ੍ਰਿਤੀ ਨੇ, ਭਾਰਤੀ ਸੱਭਿਅਤਾ ਨੇ ਇਹਨੂੰ ਤਿਉਹਾਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਖੜਾ ਕਰ ਦਿੱਤਾ। ਜਿਸ ਟਾਈਮ ਦੇ ਉੱਤੇ ਰਾਜਪੂਤ ਜੰਗ ਯੁੱਧ ਕਰਦੇ ਹੁੰਦੇ ਸਨ, ਉਹਨਾਂ ਦੀਆਂ ਇਸਤਰੀਆਂ, ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਦੇ ਗੁੱਟ ਦੇ ਉੱਤੇ ਇੱਕ ਧਾਗਾ ਬੰਨ੍ਹ ਦਿੰਦੀਆਂ ਸਨ। ਧਾਗਾ ਕਿ ਤੁਸੀਂ ਇਹ ਵਚਨ ਦੇ ਕੇ ਜਾਓ, ਸਾਡੇ ਨਾਲ ਵਾਅਦਾ ਕਰਕੇ ਜਾਓ ਕਿ ਜੰਗ ਦੇ ਮੈਦਾਨ ਦੇ ਵਿੱਚ ਚੱਲੇ ਹੋ, ਪਹਿਲੀ ਤੇ ਗੱਲ ਉਸ ਨੂੰ ਜਿੱਤ ਕੇ ਆਓਗੇ, ਦੂਜੀ ਗੱਲ ਸਾਡੀ ਰੱਖਿਆ ਕਰੋਗੇ, ਸਾਡੀ ਹਿਫਾਜ਼ਤ ਕਰੋਗੇ, ਤੀਜੀ ਗੱਲ ਕਿ ਇਹ ਤੁਹਾਡਾ ਧਾਗਾ ਜਿਹੜਾ ਏ ਇਹ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਤੁਸੀਂ ਤੇਗ ਭਾਵ ਕਿ ਕਿਰਪਾਨ ਚਲਾਓਗੇ, ਸੱਜੇ ਹੱਥ ਤੇ ਬੰਨਿਆ ਜਾਂਦਾ ਸੀ ਕਿ ਜੇਕਰ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਤੇਗ ਚਲਾਓਗੇ ਤਾਂ ਤੁਹਾਨੂੰ ਪਤਾ ਹੋਵੇਗਾ ਆਪਣੀ ਜਾਨ ਵੀ ਬਚਾਉਣੀ ਹੈ, ਜੰਗ ਵੀ ਜਿੱਤਣਾ ਹੈ ਤੇ ਵਾਪਸ ਘਰ ਵੀ ਜਾਣਾ ਹੈ। ਇਹ ਇੱਕ ਨਿਸ਼ਾਨੀ ਦਿੱਤੀ ਜਾਂਦੀ ਸੀ, ਵਚਨ ਲਿਆ ਜਾਂਦਾ ਸੀ। ਉਸ ਤੋਂ ਬਾਅਦ ਇਸ ਤਰ੍ਹਾਂ ਇਹ ਤਿਉਹਾਰ ਸੀ ਜਿਹੜਾ ਇਹ ਹਿੰਦੂ ਮਤ ਦੇ ਵਿੱਚ ਆ ਗਿਆ। ਹੁਣ ਜਿਸ ਟਾਈਮ ਦੇ ਉੱਤੇ ਹਿੰਦੂ ਮਤ ਦੇ ਵਿੱਚ ਆਇਆ, ਹਰੇਕ ਨੇ ਇਹ ਤਿਉਹਾਰ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ। ਹਿੰਦੂ ਮਤ ਨੇ ਇਹ ਤਿਉਹਾਰ ਸਿਰਫ ਰਹਿ ਗਿਆ ਭੈਣ ਤੇ ਭਰਾ ਦੇ ਲਈ, ਜਦੋਂ ਕਿ ਇਹ ਤਿਉਹਾਰ ਬਣਿਆ ਭੈਣ ਤੇ ਭਰਾ ਦੇ ਲਈ ਨਹੀਂ ਸੀ। ਇੱਕ ਘਰ ਵਾਲੀ, ਇੱਕ ਪਤਨੀ ਆਪਣੇ ਪਤੀ ਤੋਂ ਇਹ ਵਚਨ ਲੈਂਦੀ ਸੀ ਕਿ ਤੂੰ ਮੇਰੀ ਰੱਖਿਆ ਕਰੇਂਗਾ। ਤੇ ਅੱਜ ਦੇ ਸਮੇਂ ਦੇ ਵਿੱਚ ਅਨੇਕਾਂ ਹੀ ਇਹ ਧਾਗੇ ਜਿਹੜੇ ਇਹ ਗੁੱਟਾਂ ਦੇ ਉੱਤੇ ਅੱਜ ਬੰਨੇ ਜਾਣੇ ਨੇ, ਜਿਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ। ਕਿ ਇਹ ਇੱਕ ਦਿਨ ਹੀ ਚੇਤਾ ਕਰਾਇਆ ਜਾਂਦਾ ਹੈ ਕਿ ਭਰਾ ਨੇ ਭੈਣ ਦੀ ਰੱਖਿਆ ਕਰਨੀ ਹੈ, ਜਦੋਂ ਕਿ ਸਾਡੇ ਗੁਰੂ ਸਾਹਿਬਾਨ ਨੇ, ਆਪਾਂ ਬਚਨ ਪੜ੍ਹ ਕੇ ਹਟੇ ਹਾਂ, ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂਕਾ ਅੰਤਰ ਜਾਮੀ, ਕਿ ਉਹ ਰਾਖਾ ਅਕਾਲ ਪੁਰਖ ਵਾਹਿਗੁਰੂ ਤੇ ਇੱਕ ਹੈ ਤੇ ਉਹ ਸਾਰਿਆਂ ਦੀ ਰੱਖਿਆ ਕਰਦਾ ਏ, ਸਾਰਿਆਂ ਦੀ ਪੈਜ ਰੱਖਦਾ ਏ, ਸਾਰਿਆਂ ਦੀ ਹਿਫਾਜ਼ਤ ਕਰਦਾ ਏ। ਹੁਣ ਜੇਕਰ ਮੰਨ ਲਓ ਕਿਸੇ ਘਰ ਦੇ ਵਿੱਚ ਹੁੰਦਾ ਹੈ ਕਿ ਭਰਾ ਵੱਡਾ ਹੁੰਦਾ ਹੈ, ਭੈਣ ਛੋਟੀ ਹੁੰਦੀ ਹੈ, ਕਿਸੇ ਘਰ ਦੇ ਵਿੱਚ ਭੈਣ ਵੱਡੀ ਹੁੰਦੀ ਹੈ, ਭਰਾ ਛੋਟਾ ਹੁੰਦਾ ਹੈ। ਹੁਣ ਆਪਸ ਦੇ ਵਿੱਚ ਭੈਣ ਤੇ ਭਰਾ ਦਾ 10 ਸਾਲ ਦਾ ਫਰਕ ਹੈ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 10 ਸਾਲ ਦਾ ਫਰਕ ਹੈ। ਹੁਣ ਜਦੋਂ ਭਰਾ ਉਹਨੇ ਜਨਮ ਲਿਆ ਭੈਣ ਦਾ, ਉਹਦੇ ਨਾਲੋਂ 10 ਸਾਲ ਦਾ ਫਰਕ ਹੈ। ਉੱਥੇ ਭੈਣ ਨੇ ਉਹਨੂੰ ਖਿਡਾਇਆ ਵੀ, ਉਹਨੂੰ ਨਵਾਇਆ ਵੀ, ਉਹਦੇ ਕੱਪੜੇ ਵੀ ਚੇਂਜ ਕੀਤੇ। ਕਹਿੰਦੇ ਕਿ ਜਿਸ ਟਾਈਮ ਦੇ ਉੱਤੇ ਭਰਾ ਨੂੰ ਸਮਝ ਆਈ, ਵੱਡਾ ਹੋਇਆ, ਫਿਰ ਮਾਂ ਨੇ ਆਖ ਦਿੱਤਾ ਕਿ ਧੀਏ ਇਹਦੇ ਗੁੱਟ ਤੇ ਰੱਖੜੀ ਬੰਨ੍ਹ,
ਇਹ ਤੇਰੀ ਰੱਖਿਆ ਕਰੂਗਾ। ਬਚਪਨ ਦੇ ਵਿੱਚ ਉਹ ਭੈਣ ਉਹਦੀ ਹਿਫਾਜ਼ਤ ਕਰਦੀ ਰਹੀ, ਉਹਦੀ ਰੱਖਿਆ ਕਰਦੀ ਰਹੀ, ਤੇ ਜਦੋਂ ਉਹ ਜਵਾਨ ਹੋ ਗਿਆ ਫਿਰ ਹੀ ਉਹਨੂੰ ਪਤਾ ਲੱਗਾ ਕਿ ਮੈਂ ਇਹਦੀ ਰੱਖਿਆ ਕਰਨੀ ਹੈ, ਲਾਚਾਰ ਕਰਕੇ ਰੱਖ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਔਰਤ ਨੂੰ ਬਰਾਬਰੀ ਦਾ ਦਰਜਾ ਦਿੱਤਾ, ਬਰਾਬਰਤਾ ਦਾ, ਕਿ ਆਪਣੀ ਹਿਫਾਜ਼ਤ, ਆਪਣੀ ਰੱਖਿਆ ਔਰਤ ਨੇ ਆਪ ਕਰਨੀ ਹੈ, ਕਿਸੇ ਵੱਲ ਵੇਖਣ ਦੀ ਲੋੜ ਨਹੀਂ, ਨਾ ਕੋ ਭਰਾ ਤੇ ਨਾ ਹੀ ਘਰ ਵਾਲਾ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਖਦਰਾਣੇ ਦੀ ਢਾਬ ਦਾ ਇਤਿਹਾਸ ਤੁਸੀਂ ਜਾਣਦੇ ਹੋ, ਭਾਈ ਮਹਾਂ ਸਿੰਘ ਹੋਰਾਂ ਦਾ, ਜਦੋਂ ਉਹਨਾਂ ਨੇ ਬਿਦਾਵਾ ਸਤਿਗੁਰੂ ਜੀ ਤੋਂ ਪੜਵਾਇਆ ਸੀ, ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਮੋੜਨ ਵਾਲੀ ਬੀਬੀ ਭਾਗ ਕੌਰ ਸੀ। ਭਾਗ ਕੌਰ ਇੱਕ ਇਸਤਰੀ, ਇੱਕ ਧੀ, ਇੱਕ ਭੈਣ। ਕਹਿੰਦੇ ਕਿ ਜਦੋਂ ਇਹ ਵਾਪਸ ਗਏ ਨਾ, ਇਹਨਾਂ ਨੇ ਬਿਦਾਵਾ ਲਿਖ ਕੇ ਦੇ ਦਿੱਤਾ, ਵਾਪਸ ਗਏ। ਮਾਤਾ ਭਾਗ ਕੌਰ ਜੀ ਨੇ ਇਹਨਾਂ ਨੂੰ ਆਖਣਾ ਕੀਤਾ, ਕਹਿੰਦੇ ਕਿ ਗੁਰੂ ਸਾਹਿਬ ਜੀ ਨੂੰ ਔਖੇ ਸਮੇਂ ਦੇ ਉੱਤੇ ਤੁਸੀਂ ਛੱਡ ਕੇ ਆ ਗਏ, ਤੁਸੀਂ ਤੇ ਆਪਣੇ ਆਪ ਨੂੰ ਬਚਾ ਕੇ ਆ ਗਏ, ਅੱਜ ਤੋਂ ਬਾਅਦ ਘਰਾਂ ਦਾ ਕੰਮ ਤੁਸੀਂ ਸੰਭੋ, ਜੰਗ ਦੇ ਮੈਦਾਨ ਦੇ ਵਿੱਚ ਤੇਗ ਫੜ ਕੇ ਅਸੀਂ ਆਪਣੇ ਗੁਰੂ ਪਾਤਸ਼ਾਹ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਜੰਗ ਕਰਨ ਨੂੰ ਤਿਆਰ ਹਾਂ, ਤਿਆਰ ਬਰ ਤਿਆਰ ਰਹਾਂਗੇ। ਕਹਿੰਦੇ ਜਦੋਂ ਇੰਨੇ ਗੱਲ ਆਖੀ ਨਾ, ਮਹਾਂ ਸਿੰਘ ਦੇ ਮਨ ਦੇ ਵਿੱਚ ਆਇਆ, ਕਹਿਣ ਲੱਗਾ ਕਿ ਹੁਣ ਤੇ ਸਾਡੇ ਘਰ ਦੀਆਂ ਜੋ ਇਸਤਰੀਆਂ ਨੇ, ਜੋ ਸਾਡੀਆਂ ਪਤਨੀਆਂ ਨੇ, ਉਹ ਸਾਨੂੰ ਉਲਾਮੇ ਦੇ ਰਹੀਆਂ ਨੇ ਕਿ ਕੀ ਗੁਰੂ ਸਾਹਿਬ ਜੀ ਤੋਂ ਮੂੰਹ ਛੁਪਾ ਕੇ ਆ ਗਏ ਜੇ। ਕਹਿੰਦੇ ਖਦਰਾਣੇ ਦੀ ਢਾਬ ਦੇ ਉੱਤੇ ਜਦੋਂ ਯੁੱਧ ਹੋਇਆ ਸੀ ਨਾ, ਮਹਾਰਾਜ ਜੀ ਇਹ ਅੰਤਮ ਸਾਹਾਂ ਦੇ ਵਿੱਚ ਸੀ ਭਾਈ ਮਹਾਂ ਸਿੰਘ, ਉਸ ਟਾਈਮ ਤੇ ਆਖਿਆ ਸੀ ਸਤਿਗੁਰੂ ਜੀ ਬਿਦਾਵਾ ਪਾੜ ਦਿਓ। ਕਹਿੰਦੇ ਜਦੋਂ ਬਿਦਾਵਾ ਪਾੜਿਆ ਤੇ ਉੱਥੇ ਪਾਤਸ਼ਾਹ ਜੀ ਦੇ ਨਾਲ ਜੋ ਸਿੱਖ ਸਨ, ਉਹ ਆਪਣੇ ਗੁਰੂ ਕੇ ਪਿਆਰੇ ਸਿੱਖ, ਉਹਨਾਂ ਦੇ ਭਾਵ ਕਿ ਇਹ ਕਿਸੇ ਦਾ ਦੁਮਾਲਾ ਤੇ ਨਹੀਂ ਖੁੱਲਾ, ਮਤਲਬ ਕਿ ਉਹਨਾਂ ਦੇ ਕੇਸਾਂ ਨੂੰ ਠੀਕ ਕਰ ਰਹੇ ਸਨ। ਉੱਥੇ ਹੀ ਇੱਕ ਸਿੱਖ ਨੇ ਆ ਕੇ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਣ ਕੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ ਜੀ ਕਿ ਲਿਬਾਸ ਸਿੰਘਾਂ ਵਾਲਾ ਏ, ਲਿਬਾਸ ਤੁਹਾਡੇ ਨਾਲ ਰਹਿ ਰਹੇ ਸਿੱਖਾਂ ਵਾਲਾ ਏ, ਪਰ ਹੈ ਉਹ ਭੈਣ ਹੈ, ਤੁਹਾਡੀ ਪੁੱਤਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾ ਕਰਕੇ ਉਸ ਜਗ੍ਹਾ ਦੇ ਉੱਤੇ, ਉਸ ਥਾਂ ਦੇ ਉੱਤੇ ਵੇਖਿਆ, ਮਾਤਾ ਭਾਗ ਕੌਰ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਹਾ ਕਿ ਇਹ ਮੇਰੀ ਧੀ ਹੈ, ਜਿਹਨੇ ਆਪਣੀ ਰੱਖਿਆ ਆਪਣੇ ਹੱਕ ਦੇ ਲਈ ਲੜੀ। ਅੱਜ ਅਸੀਂ ਆਪਣੀਆਂ ਭੈਣਾਂ ਨੂੰ ਲਾਚਾਰ ਕਰ ਦਿੱਤਾ ਹੈ, ਆਪਣੀਆਂ ਧੀਆਂ ਨੂੰ ਲਾਚਾਰ ਕਰ ਦਿੱਤਾ ਹੈ ਕਿ ਤੂੰ ਨਹੀਂ ਹਿਫਾਜ਼ਤ ਆਪਣੀ ਕਰ ਸਕਦੀ, ਤੂੰ ਨਹੀਂ ਆਪਣੀ ਰੱਖਿਆ ਕਰ ਸਕਦੀ, ਤੇਰੀ ਰੱਖਿਆ ਤੇਰਾ ਭਰਾ ਕਰੇਗਾ। ਅਸਲ ਦੇ ਵਿੱਚ ਇਹ ਤਿਉਹਾਰ ਕੋਈ ਖੁਸ਼ੀ ਵਾਲਾ ਨਹੀਂ, ਇਹ ਮੈਂ ਤੇ ਇਉਂ ਸਮਝਦਾ ਕਿ ਇਹ ਤਿਉਹਾਰ ਗਮ ਵਾਲਾ ਹੈ। ਮੰਨ ਲਓ ਕਿਸੇ ਪਰਿਵਾਰ ਦੇ ਵਿੱਚ, ਕਿਸੇ ਮਾਂ ਬਾਪ ਦੇ ਘਰ ਇੱਕ ਧੀ ਤੇ ਇੱਕ ਪੁੱਤਰ ਹੈ, ਤੇ ਕਿਸੇ ਦੇ ਵਿੱਚ ਦੋਵੇਂ ਧੀਆਂ ਨੇ, ਪੁੱਤਰ ਨਹੀਂ ਹੈਗਾ। ਜਿਹਦੇ ਵੱਲ ਧੀ ਤੇ ਪੁੱਤਰ ਹੈ ਉਹ ਇਸ ਤਿਉਹਾਰ ਨੂੰ ਖੁਸ਼ੀ ਦੇ ਨਾਲ ਮਨਾਵੇਗਾ, ਤੇ ਜਿਹਦੇ ਘਰ ਦੋ ਧੀਆਂ ਨੇ ਉਹ ਫਿਰ ਸਮਝੇਗਾ ਕਿ ਅਹਿਸਾਸ ਕਰਾਇਆ ਜਾਵੇਗਾ ਕਿ ਰੱਬ ਨੇ ਤੁਹਾਡੇ ਨਾਲ ਬੜਾ ਅਤਿਆਚਾਰ ਕੀਤਾ ਹੈ, ਜੋ ਤੁਹਾਨੂੰ ਪੁੱਤਰ ਨਹੀਂ ਦਿੱਤਾ, ਇਹਨਾਂ ਨੂੰ ਭਰਾ ਨਹੀਂ ਦਿੱਤਾ। ਕੀ ਇਹ ਗੁਰਮਤ ਗੱਲ ਮੰਨਦੀ ਹੈ? ਇਸ ਕਰਕੇ ਚੰਗਾ ਹੋਵੇਗਾ ਭਾਈ, ਇਹ ਜਿਨ੍ਹਾਂ ਦਾ ਤਿਉਹਾਰ ਹੈ ਉਹੀ ਇਹ ਤਿਉਹਾਰ ਨੂੰ ਮਨਾਉਣ। ਮੈਂ ਰਾਤ ਵੀ ਬੇਨਤੀ ਜਿਵੇਂ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪੀੜ੍ਹਾ ਸਾਹਿਬ ਦੇ ਪਾਵਿਆਂ ਨੂੰ ਇਹ ਧਾਗਾ ਬੰਨ੍ਹਣ ਦੀ ਕੀ ਲੋੜ ਹੈ? ਐਂਗਲਾਂ ਨੂੰ ਧਾਗਾ ਬੰਨ੍ਹਣ ਦੀ ਕੀ ਲੋੜ ਹੈ?
ਰਾਤੀ ਵੀ 3-4 ਜਿਹੜੇ ਧਾਗੇ ਵੱਜੇ ਸੀ ਉਹ ਖਲਵਾਏ ਗਏ ਸੀ। ਇਸ ਕਰਕੇ ਭਾਈ ਇਹ ਜਿਨ੍ਹਾਂ ਦਾ ਤਿਉਹਾਰ ਹੈ, ਜੋ ਇਹ ਤਿਉਹਾਰ ਨੂੰ ਮੰਨਦੇ ਨੇ, ਉਹ ਮੁਬਾਰਕ। ਦੋ ਤਿਉਹਾਰ ਸਾਡੇ ਗਲ ਦੇ ਵਿੱਚ ਮੜੇ ਗਏ ਨੇ, ਪਾਏ ਗਏ ਨੇ। ਇੱਕ ਤੇ ਆ ਰੱਖੜੀ, ਦੂਜਾ ਕਰਵਾ ਚੌਥ ਵਾਲਾ। ਸਾਰਾ ਦਿਨ ਭੁੱਖੇ ਧਿਆਏ ਰਹੋ, ਰਾਤ ਨੂੰ ਫਿਰ ਜਾ ਕੇ ਅੰਨ ਦਾ ਜਿਹੜਾ ਟੁਕੜਾ ਹੈ ਮੂੰਹ ਵਿੱਚ ਪਾਉਣਾ। ਤੇ ਜੇ ਕਿਧਰੇ ਕਰਵਾ ਚੌਥ ਵਾਲੇ ਦਿਨ ਪਤੀ ਨੇ ਕੁਝ ਵਧੀਆ ਜਿਹਾ ਇਨਾਮ ਕੁਝ ਨਾ ਦਿੱਤਾ, ਕੁਝ ਗਿਫਟ ਨਾ ਦਿੱਤਾ, ਤੇ ਫਿਰ ਉਹ ਇਹੀ ਆਖੀ ਕਿ ਸਾਰਾ ਦਿਨ ਮੈਂ ਤੇਰਾ ਸਿਆਪਾ ਕਰਦੀ ਰਹੀ, ਮੇਰੇ ਲਈ ਕੀ ਕੀਤਾ ਜੀ। ਤੇ ਰੱਖੜੀ ਤੇ ਵੀ ਇਹੋ ਆ, 1500 ਦਾ ਕਿਰਾਇਆ ਖਰਚ ਕੇ, 2000 ਕਿਰਾਇਆ ਖਰਚ ਕੇ, 100 ਰੁਪਏ ਦਾ ਧਾਗਾ ਲਿਆ ਕੇ ਭਰਾ ਦੇ ਗੁੱਟ ਤੇ ਬੰਨ੍ਹ ਦਿੱਤਾ। ਜੇਕਰ ਉਹਦੇ ਪੱਲੇ ਹੀ 500 ਦੀ ਹੈਸੀਅਤ ਹੋਵੇਗੀ, ਉਹ ਦੇਣ ਜੋਗਾ ਹੀ 500 ਹੋਵੇਗਾ, ਫਿਰ ਉੱਥੇ ਕਪੱਤ ਤੇ ਜ਼ਰੂਰ ਹੋਵੇਗਾ, ਉੱਥੇ ਝਗੜਾ ਤੇ ਜ਼ਰੂਰ ਹੋਵੇਗਾ। ਤੇ ਉਹ ਤਿਉਹਾਰ ਦਾ ਮਨਾਉਣ ਦਾ ਫਾਇਦਾ ਹੀ ਕੀ ਹੈ, ਜਿਸ ਤਿਉਹਾਰ ਨੂੰ ਮਨਾਉਣ ਦੇ ਨਾਲ ਘਰ ਦੇ ਵਿੱਚ ਝਗੜਾ ਪਵੇ, ਘਰ ਦੇ ਦੋ ਫਾੜ ਹੋ ਜਾਣ, ਘਰ ਦੇ ਜੀ ਆਪਣੇ ਅਸਲੇ ਤੋਂ ਭੁੱਲ ਜਾਣ। ਇਸ ਕਰਕੇ ਭਾਈ ਇਹਨਾਂ ਪਖੰਡਾਂ ਤੋਂ, ਇਹਨਾਂ ਵਹਿਮਾਂ ਭਰਮਾਂ ਦੇ ਤਿਉਹਾਰਾਂ ਤੋਂ ਬਚੋ। ਸਤਿਗੁਰੂ ਜੀ ਦਾ ਆਪਾਂ ਪਾਵਨ ਬਚਨ ਪੜ੍ਹ ਕੇ ਹਟੇ ਹਾਂ, ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾਂ ਸੰਸਾਰ, ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਕਹਿੰਦੇ ਨਾਮ ਤੋਂ ਬਿਨਾਂ, ਪ੍ਰਮਾਤਮਾ ਜੀ ਦੇ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਾਰੇ ਭਟਕਦੇ ਫਿਰਦੇ ਨੇ। ਗੱਲ ਵੀ ਸਤਿਗੁਰੂ ਸਾਹਿਬ ਜੀ ਨੇ ਸੱਚੀ ਕੀਤੀ ਹੈ ਜੀ, ਬਿਲਕੁਲ ਸੱਚ ਆਖਿਆ ਮਹਾਰਾਜ ਜੀ ਨੇ। ਕਹਿੰਦੇ ਜਿਹਦੇ ਪੱਲੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਹੈ, ਉਹ ਵਹਿਮਾਂ ਭਰਮਾਂ ਦੇ ਇਹਨਾਂ ਤਿਉਹਾਰਾਂ ਵਿੱਚ ਹੀ ਪਵੇਗਾ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਗੁਰਬਾਣੀ ਦਾ ਆਸਰਾ ਨਹੀਂ ਹੈ, ਗੁਰਬਾਣੀ ਦੀ ਟੇਕ ਹੀ ਨਹੀਂ ਹੈ, ਓਟ ਹੀ ਨਹੀਂ ਹੈ, ਉਹ ਤੇ ਭਰਮਾਂ ਦੇ ਵਿੱਚ ਹੀ ਪਊਗਾ। ਮਨਮੁਖ ਕਰਮ ਕਮਾਵਣੇ, ਕਹਿੰਦੇ ਇਨਸਾਨ ਮਨਮੁਖਾਂ ਵਾਲੇ ਇਹ ਕਰਮ ਕਮਾਉਂਦਾ ਏ, ਗੁਰਮੁਖਾਂ ਵਾਲੇ ਨਹੀਂ। ਇਹ ਤਿਉਹਾਰ ਮਨਮੁਖ ਲੋਕ ਮਨਾਉਂਦੇ ਨੇ। ਸਿੱਖ ਧਰਮ ਦੇ ਵਿੱਚ ਇਸ ਤਿਉਹਾਰ ਦੇ ਨਾਲ ਕੋਈ ਸੰਬੰਧ ਨਹੀਂ। ਜੇਕਰ ਆਖਿਆ ਜਾਵੇ ਨਾ, ਕਹਿੰਦੇ ਜੀ ਵੇਖੋ ਗੁਰੂ ਨਾਨਕ ਸਾਹਿਬ ਜੀ ਨੇ ਵੀ ਤੇ ਬੇਬੇ ਨਾਨਕੀ ਜੀ ਪਾਸੋਂ ਰੱਖੜੀ ਬਣਵਾਈ ਸੀ। ਜੇ ਪੁੱਛੀਏ ਕਿ ਕੀ ਤੁਹਾਨੂੰ ਪਤਾ ਹੈ ਉਹ ਰੱਖੜੀ ਬਣਵਾਈ ਸੀ, ਕਹਿੰਦੇ ਜੀ ਹਾਂ, ਫੋਟੋ ਪ੍ਰਤੱਖ ਹੈ। ਹੁਣ ਕਿੰਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਬੇਬੇ ਨਾਨਕੀ ਜੀ ਪਾਸੋਂ ਰੱਖੜੀ ਬਣਵਾਈ ਸੀ। ਇਹ ਫੋਟੋ ਕਾਲਪਨਿਕ ਹੈ, ਫੋਟੋ ਕੋਈ ਸਹੀ ਨਹੀਂ ਹੈ, ਫੋਟੋ ਖਿੱਚਣ ਵਾਲਾ ਨਹੀਂ ਪਤਾ ਉਸ ਟਾਈਮ ਦੇ ਉੱਤੇ ਕੀ ਕੈਮਰੇ ਹੁੰਦੇ ਸਨ ਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਰੱਖੜੀ ਬਣਵਾਈ ਹੋਵੇ ਤੇ ਲਾਗੇ ਫੋਟੋਗ੍ਰਾਫਰ ਨੇ ਫੋਟੋ ਖਿੱਚ ਕੇ ਕਹਿਣ ਲੱਗਾ ਹੋਵੇ ਕੋਈ ਨਹੀਂ ਗੁਰੂ ਸਾਹਿਬ ਜੀ, ਇਹ ਤੁਹਾਡੀ ਫੋਟੋ ਅਸੀਂ ਵਾਇਰਲ ਕਰ ਦੇਵਾਂਗੇ, ਸੰਸਾਰ ਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਜੀ ਨੇ ਰੱਖੜੀ ਬਣਵਾਈ ਸੀ। ਅੱਜ ਦਾ ਸਮਾਂ ਥੋੜ੍ਹੀ ਸੀ ਉਸ ਟਾਈਮ ਦੇ ਉੱਤੇ। ਅੱਜ ਸਾਡੇ ਪਾਸ ਐਂਡਰੋਇਡ ਫੋਨ ਹੈ, ਭਾਵੇਂ ਥੋੜ੍ਹੀ ਜਿਹੀ ਘਰ ਦੇ ਵਿੱਚ ਜਾਂ ਬਾਹਰ ਕੋਈ ਸਾਨੂੰ ਕੋਈ ਖਬਰ ਲੱਭਦੀ ਹੈ, ਉਸੇ ਵੇਲੇ ਅਸੀਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਾਂ। ਫੋਟੋ ਕਾਲਪਨਿਕ ਹੈ, ਫੋਟੋ ਦਾ ਸਹਾਰਾ ਨਾ ਲਿਆ ਜਾਵੇ। ਤਾਂ ਕਰਕੇ ਭਾਈ ਜਿਹੜੇ ਕਹਿੰਦੇ ਨੇ ਕਿ ਫੋਟੋ ਜਿਹੜੀ ਹੈ ਗੁਰੂ ਸਾਹਿਬ ਜੀ ਨੇ ਰੱਖੜੀ ਬਣਵਾਈ ਫੋਟੋ ਦੇ ਉੱਤੇ, ਉਹਨਾਂ ਨੂੰ ਇਹੀ ਸਵਾਲ ਹੈ ਕਿ ਉਸ ਟਾਈਮ ਦੇ ਉੱਤੇ ਨਾ ਤੇ ਕੈਮਰੇ ਸਨ, ਨਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਫੋਟੋ ਬਣਵਾਈ ਸੀ, ਭਾਵ ਕਿ ਰੱਖੜੀ ਬਣਵਾਈ, ਫੋਟੋ ਕਿਸੇ ਨੇ ਖਿੱਚੀ ਨਹੀਂ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਟਾਈਮ ਦੇ ਉੱਤੇ ਜਨੇਊ ਪਾਉਣ ਲੱਗੇ ਸੀ ਨਾ ਪੰਡਤ, ਮਹਾਰਾਜ ਜੀ ਨੇ ਇਹ ਕਿਹਾ ਸੀ, ਕਹਿੰਦੇ ਕਿ ਔਰਤ ਨੂੰ ਬਰਾਬਰਤਾ ਦਾ ਹਿੱਸਾ ਦਿਵਾਉਣਾ ਹੈ ਤੇ ਦੇਣਾ ਚਾਹੀਦਾ ਹੈ। ਜੇਕਰ ਗੁਰੂ ਨਾਨਕ ਸਾਹਿਬ ਜੀ ਨੇ ਰੱਖੜੀ ਬਣਵਾਈ ਹੁੰਦੀ, ਫਿਰ ਉਸ ਟਾਈਮ ਦੇ ਉੱਤੇ ਮਹਾਰਾਜ ਜੀ ਨੇ 7 ਸਾਲ ਦੀ ਉਮਰ ਦੇ ਵਿੱਚ ਇਹ ਨਹੀਂ ਸੀ ਕਹਿਣਾ, ਫਿਰ ਇਹ ਕਹਿਣਾ ਸੀ ਕਿ ਇਹਨਾਂ ਦੀ ਰੱਖਿਆ ਮੈਂ ਕਰਾਂਗਾ। ਸਤਿਗੁਰੂ ਜੀ ਨੇ ਇਹ ਕਿਹਾ ਸੀ, ਭਾਈ ਜੇਕਰ ਜਨੇਊ ਤੁਸੀਂ ਮੈਨੂੰ ਪਾਉਂਦੇ ਹੋ ਤੇ ਮੇਰੀ ਭੈਣ ਨੂੰ ਵੀ ਇਹ ਜਨੇਊ ਪਾਇਆ ਜਾਵੇ।
ਪੰਡਤ ਕਹਿੰਦਾ ਸੀ ਹਰਦਿਆਲ, ਕਹਿੰਦਾ ਔਰਤ ਦੇ ਲਈ ਜਨੇਊ ਨਹੀਂ ਬਣਿਆ। ਸਤਿਗੁਰੂ ਜੀ ਨੇ ਕਿਹਾ ਕਿਉਂ? ਕਹਿੰਦੇ ਕਿ ਔਰਤ ਅਪਵਿੱਤਰ ਹੈ, ਔਰਤ ਪਵਿੱਤਰ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਪੰਡਤ ਜੀ, ਹਰਦਿਆਲ ਜੀ, ਜਿਸ ਔਰਤ ਨੂੰ ਤੁਸੀਂ ਅਪਵਿੱਤਰ ਕਹਿ ਰਹੇ ਹੋ, ਉਸ ਔਰਤ ਦੇ ਕੁੱਖੋਂ ਤੁਹਾਡਾ ਜਨਮ ਹੋਇਆ ਹੈ। ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਕਹਿੰਦੇ ਉਹਨੂੰ ਕਾਹਤੋਂ ਭਾਈ ਤੁਸੀਂ ਮਾੜਾ ਕਹਿੰਦੇ ਹੋ, ਉਹਨੂੰ ਕਾਹਤੋਂ ਤੁਸੀਂ ਮੰਦਾ ਕਹਿੰਦੇ ਹੋ, ਜਿਨ੍ਹੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ। ਤੇ ਜਿਸ ਮਾਂ ਨੇ, ਜਿਸ ਭੈਣ ਨੇ ਜਨਮ ਦਿੱਤਾ ਹੈ, ਉਹਦੀ ਕੁੱਖ ਤੋਂ ਹੀ ਪੈਦਾ ਹੋ ਕੇ ਕਹਿੰਦੇ ਉਹ ਰਾਜ ਕਰਦੇ ਨੇ, ਰਾਜ। ਇਸ ਕਰਕੇ ਇਹ ਮਨਮਤ ਦੇ ਤਿਉਹਾਰਾਂ ਤੋਂ ਬਚਿਆ ਜਾਵੇ। ਆਓ ਹਜ਼ੂਰ ਜੀ ਨੇ ਜੋ ਬੇਨਤੀ ਕੀਤੀ ਹੈ, ਮਹਾਰਾਜ ਜੀ ਕਹਿੰਦੇ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਕੱਲ ਦੇ ਦੀਵਾਨਾਂ ਵਿੱਚ ਜਿੱਥੇ ਅਸੀਂ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆਂ ਦੇ ਰਸਨਾ ਤੋਂ ਉਚਾਰਨ ਕੀਤੀ ਗੁਰਬਾਣੀ ਸਹਿਸਕ੍ਰਿਤੀ ਦੇ ਵਿੱਚੋਂ ਜਿੱਥੇ ਲਾਲਚ ਦੀ ਗੱਲ ਕੀਤੀ ਸੀ ਮਹਾਰਾਜ ਜੀ ਨੇ, ਮੋਹ ਦੀ ਗੱਲ ਕੀਤੀ ਸੀ, ਉੱਥੇ ਅੱਜ ਸਤਿਗੁਰੂ ਜੀ ਨੇ ਕ੍ਰੋਧ ਦੀ ਗੱਲ ਕੀਤੀ ਹੈ। ਕੱਲ ਕਾਮ ਦੇ ਵਿਸ਼ੇ ਦੇ ਵਿੱਚ ਵਿਚਾਰ ਕੀਤੀ ਸੀ। ਹਜ਼ੂਰ ਜੀ ਕਹਿੰਦੇ, ਹੇ ਕਾਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਕ੍ਰੋਧ ਦੇ ਬਾਰੇ ਹਜ਼ੂਰ ਜੀ ਕਹਿੰਦੇ ਇਨਸਾਨ ਦਾ ਜਿਸ ਟਾਈਮ ਦੇ ਉੱਤੇ ਦਿਮਾਗ ਨੂੰ ਕ੍ਰੋਧ ਆਉਂਦਾ ਹੈ, ਦਿਮਾਗ ਵਿੱਚ ਕ੍ਰੋਧ ਆਉਂਦਾ ਹੈ, ਕਹਿੰਦੇ ਇਹਨੂੰ ਆਪਣਾ ਆਪ ਹੀ ਭੁੱਲ ਜਾਂਦਾ ਹੈ। ਕੱਲਾ ਆਪਾ ਆਪ ਹੀ ਨਹੀਂ, ਧੀਆਂ ਪੁੱਤਰ ਘਰ-ਬਾਰ, ਕਹਿੰਦੇ ਇਹ ਸਾਰਾ ਕੁਝ ਭੁੱਲ ਜਾਂਦਾ। ਇੰਨਾ ਕ੍ਰੋਧ ਇਹਦੇ ਤੇ ਹਾਵੀ ਹੋ ਜਾਂਦਾ ਹੈ। ਗੁੱਸੇ ਦੇ ਵਿੱਚ ਕਹਿੰਦੇ ਇੰਨਾ ਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਕਰੁਣਾ ਨਾ ਉਪਰਜਤੇ। ਹੇ ਕ੍ਰੋਧ, ਤੂੰ ਕਿਸੇ ਤੇ ਦਇਆ ਨਹੀਂ ਕਰਦਾ, ਤੂੰ ਕਿਸੇ ਤੇ ਮਿਹਰ ਨਹੀਂ ਕਰਦਾ। ਜਿਸ ਟਾਈਮ ਦੇ ਉੱਤੇ ਇਨਸਾਨ ਨੂੰ ਤੂੰ ਆਪਣੇ ਵਸ ਵਿੱਚ ਕਰ ਲੈਣਾ, ਮਹਾਰਾਜ ਜੀ ਕਹਿੰਦੇ ਵਿਖਿਅੰ ਜੀਵੰਤ ਵਸਿਅੰ ਕਰੋਤ ਨਿਰਵਰਤੰ ਕਰੋਤ ਜਥਾ ਮਰਕਟ ਹੈ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਸਿਅੰ ਵਿਖਿਅੰਤ ਜੀਵੰਤ ਵਸਿਅੰ ਕਰੋਤ, ਕਿ ਜਿਸ ਟਾਈਮ ਦੇ ਉੱਤੇ ਇਨਸਾਨ ਦੇ ਅੰਦਰ ਕ੍ਰੋਧ ਆਉਂਦਾ ਹੈ, ਕ੍ਰੋਧ ਦੇ ਵਿੱਚ ਆਇਆ ਹੋਇਆ ਇਨਸਾਨ ਕਹਿੰਦੇ ਇਉਂ ਨੱਚਦਾ ਏ, ਇਉਂ ਟੱਪਦਾ ਏ, ਇਉਂ ਗੁੱਸੇ ਦੇ ਵਿੱਚ ਬੋਲ ਕਬੋਲ ਬੋਲਦਾ ਏ ਜਿਵੇਂ ਜਥਾ ਮਰਕਟ ਹੈ। ਜਿਸ ਤਰ੍ਹਾਂ ਬਾਂਦਰ ਨੂੰ ਮਦਾਰੀ ਆਪਣੇ ਵਸ ਵਿੱਚ ਕਰ ਲੈਂਦਾ ਏ, ਵਸ ਵਿੱਚ ਕਰਨ ਤੋਂ ਬਾਅਦ ਕਹਿੰਦੇ ਹੁਣ ਉਹਦੇ ਹੱਥ ਵਿੱਚ ਹੈ ਕਿ ਉਹਨੂੰ ਕਿਵੇਂ ਨਚਾਉਣਾ ਹੈ। ਕਹਿੰਦੇ ਉਸੇ ਤਰ੍ਹਾਂ ਇਨਸਾਨ ਕ੍ਰੋਧ ਦੇ ਵਿੱਚ ਆਇਆ, ਕ੍ਰੋਧ ਦੇ ਵਿੱਚ ਖਚਤ ਹੋ ਕੇ ਕਹਿੰਦੇ ਨੇ ਕਿ ਉਹ ਆਪਣੇ ਆਪ ਨੂੰ ਹੀ ਭੁੱਲ ਜਾਂਦਾ ਹੈ, ਆਪੇ ਨੂੰ ਹੀ ਭੁੱਲ ਜਾਂਦਾ ਹੈ। ਤੇ ਕਹਿੰਦੇ ਬਿਲਕੁਲ ਉਸ ਬਾਂਦਰ ਦੀ ਨਿਆਈ ਹੈ ਕਿ ਜਿਸ ਨੂੰ ਮਦਾਰੀ ਨੇ ਆਪਣੇ ਵਸ ਵਿੱਚ ਕੀਤਾ, ਆਪਣੇ ਡੰਡੇ ਦੇ ਹਿਸਾਬ ਦੇ ਨਾਲ ਕਹਿੰਦੇ ਉਹਨੂੰ ਨਚਾਉਂਦਾ ਹੈ। ਕ੍ਰੋਧ ਵੀ ਇਨਸਾਨ ਨੂੰ ਉਸੇ ਤਰ੍ਹਾਂ ਨਚਾ ਰਿਹਾ ਹੈ। ਅਨੇਕ ਸਾਸਨ ਤਾੜੰਤ ਜਮ ਦੂਤੈ ਹੈ, ਤਬ ਸੰਗੇ ਆਤਮੰ ਨਰ ਹੈ। ਕਹਿੰਦੇ ਅਨੇਕਾਂ ਹੀ ਫਿਰ ਬਾਅਦ ਦੇ ਵਿੱਚ ਸਾਸਨ ਤਾੜੰਤ ਜਮ ਦੂਤੈ, ਜਮ ਦੂਤਾਂ ਤੋਂ ਇਹ ਮਾਰ ਖਾਂਦਾ ਏ। ਭਾਵ ਰੱਬੀ ਹੁਕਮ ਦੇ ਮੁਤਾਬਕ, ਰੱਬੀ ਕਾਨੂੰਨ ਦੇ ਮੁਤਾਬਕ। ਕਹਿੰਦੇ ਇਹ ਥੋੜ੍ਹੀ ਹੈ ਕਿ ਇਨਸਾਨ ਕ੍ਰੋਧ ਕਰੇ, ਕ੍ਰੋਧ ਦੇ ਵਿੱਚ ਖਚਤ ਹੋਵੇ। ਹਜ਼ੂਰ ਜੀ ਕਹਿੰਦੇ, ਮਹਾਰਾਜ ਜੀ ਕਹਿੰਦੇ ਭਾਈ ਹਮੇਸ਼ਾ ਹੀ ਸਾਰਿਆਂ ਦੇ ਨਾਲ ਮਿਠਾਸ ਨਾਲ ਰਹੋ, ਪਿਆਰ ਨਾਲ ਰਹੋ। ਅਕਸਰ ਇਹ ਬੇਨਤੀ ਕਰੀਦੀ ਹੈ, ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਸ ਟਾਈਮ ਦੇ ਉੱਤੇ ਸਾਡੇ ਨਾਲ ਕੀ ਵਾਪਰ ਜਾਣਾ ਹੈ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਕਹਿੰਦੇ ਜਗਤ ਦੀ ਤੇ ਰਚਨਾ ਹੀ ਉਹ ਪਾਣੀ ਦੇ ਬੁਲਬੁਲੇ ਵਰਗੀ ਹੈ। ਜ਼ਿੰਦਗੀ ਕੋਈ ਦਾਵਾ ਨਹੀਂ ਅਸੀਂ ਕਰ ਸਕਦੇ ਕਿ ਇੰਨੇ ਸਾਲ ਜੀਣਾ ਹੈ, 60 ਸਾਲ ਜੀਣਾ ਜੀ, 70 ਸਾਲ ਜੀਣਾ ਹੈ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਅਨਕ ਸਾਸਨ ਤਾੜੰਤ ਜੁਗ ਦੂਤੈ। ਅਨੇਕ ਤਰ੍ਹਾਂ ਦੇ ਦੁੱਖ, ਅਨੇਕ ਤਰ੍ਹਾਂ ਦੀਆਂ ਤਕਲੀਫਾਂ ਫਿਰ ਇਹ ਕ੍ਰੋਧ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਜਿਸ ਇਨਸਾਨ ਨੂੰ ਜ਼ਿਆਦਾ ਗੁੱਸਾ ਆਉਂਦਾ ਹੋਵੇ ਉਹਦਾ ਬੀਪੀ ਹਮੇਸ਼ਾ ਹੀ ਹਾਈ ਰਹਿੰਦਾ ਹੈ। ਜਿਹਦਾ ਬੀਪੀ ਹਾਈ ਰਹਿੰਦਾ ਹੋਵੇਗਾ ਕਿ ਉਹ ਸੁੱਖ ਦਾ ਜ਼ਿੰਦਗੀ ਬਤੀਤ ਕਰੇਗਾ। ਮਹਾਰਾਜ ਜੀ ਇਸ ਕਰਕੇ ਕਹਿੰਦੇ ਨੇ ਭਾਈ ਤਵ ਸੰਗੇ ਅਧਮੰ ਨਰ ਹੈ। ਇਸ ਕਰਕੇ ਪ੍ਰਮਾਤਮਾ ਦੇ ਨਾਮ ਦਾ ਸੰਗ ਜਿਹੜਾ ਹੈ, ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕਰ। ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ, ਸਰਬ ਜੀ ਰੱਖਿਆ ਕਰੋਤ। ਹੇ ਦੀਨਾਂ ਤੇ ਮਿਹਰ ਕਰਨ ਵਾਲੇ, ਦਇਆਵਾਨ ਪ੍ਰਮਾਤਮਾ, ਦੁੱਖਾਂ ਨੂੰ ਦੂਰ ਕਰਨ ਵਾਲੇ, ਭੰਜਣ ਵਾਲੇ, ਭੰਜਣ ਦਾ ਅਰਥ ਹੈ ਕਿ ਭੰਨਣ ਵਾਲੇ, ਦਇਆਲ ਸਾਰਿਆਂ ਤੇ ਰਹਿਮਤ ਕਰਨ ਵਾਲੇ ਪ੍ਰਭ ਨਾਨਕ। ਹੇ ਨਾਨਕ ਪ੍ਰਮਾਤਮਾ ਸਾਰਿਆਂ ਤੇ ਦਇਆ ਕਰਦਾ ਏ। ਸਰਬ ਜੀ ਰੱਖਿਆ ਕਰੋਤ। ਉਹ ਪ੍ਰਮਾਤਮਾ ਸਾਰੇ ਜੀਵਾਂ ਦੀ ਰੱਖਿਆ ਖੁਦ ਕਰਦਾ ਏ, ਕੋਈ ਧਾਗਾ ਤਵੀਤ ਨਹੀਂ ਰੱਖਿਆ ਕਿਸੇ ਦੀ ਕਰਦਾ। ਆਓ ਸਤਿਗੁਰੂ ਸਾਹਿਬ ਜੀ ਦਾ ਇਹ ਸ਼ਬਦ, ਇਸ ਬੰਦ ਨੂੰ ਆਪਣੇ ਹਿਰਦਿਆਂ ਤੇ ਵਸਾਈਏ, ਬਚੀਏ ਜਿੰਨਾ ਬਚਿਆ ਜਾ ਸਕਦਾ ਹੈ। ਇਹ ਵਿਅਰਥ ਦੇ ਤਿਉਹਾਰਾਂ ਤੇ ਸਾਡਾ ਕੋਈ ਲੈਣ ਦੇਣ ਨਹੀਂ ਹੈ, ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ। ਹਾਂ, ਗੁਰੂ ਸਾਹਿਬ ਜੀ ਦੇ ਜੋਤੀ ਜੋਤ, ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ, ਇਹ ਸਾਡੇ ਤਿਉਹਾਰ ਨੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਮਹਾਰਾਜ ਜੀਆਂ ਦੇ ਬਚਨਾਂ ਨੂੰ ਆਪਣੇ ਹਿਰਦਿਆਂ 'ਚ ਵਸਾਈਏ ਤਾਂ ਜੋ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ। ਵਿਚਾਰ ਕਰਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।